ਹੈਲੋ ਫਰੈਂਡਸ, ਮੇਰੇ YouTube ਚੈਨਲ ਲੈਟਸ ਡੂ ਇਟ ਤੇ ਇੱਕ ਵਾਰ ਫਿਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਅੱਜ ਦਾ ਚੈਪਟਰ ਆਪਾਂ ਸਟਾਰਟ ਕਰਨ ਲੱਗੇ ਹਾਂ, ਲੋਕਤੰਤਰੀ ਪ੍ਰਣਾਲੀ ਡੈਮੋਕ੍ਰੇਸੀ ਸਿਸਟਮ ਇਨ ਇੰਡੀਆ। ਇਹ ਜਿਹੜਾ ਚੈਪਟਰ ਹੈ ਇਹ ਆਲ ਕੰਪੀਟੀਸ਼ਨ ਐਗਜ਼ਾਮ ਇਨ ਪੰਜਾਬ ਦੇ ਲਈ ਮੋਸਟ ਇੰਪੋਰਟੈਂਟ ਹੈ ਜੀ। ਇਹਦੇ ਵਿੱਚ ਆਪਾਂ ਥਿਊਰੀ ਕਵਰ ਕਰਾਂਗੇ। ਇਸ ਤੋਂ ਇਲਾਵਾ ETT ਫਸਟ ਈਅਰ ਦਾ ਜਿਹੜਾ ਕੰਟੈਂਪਰੇਰੀ ਇੰਡੀਅਨ ਸੁਸਾਇਟੀ ਸਮਕਾਲੀ ਭਾਰਤੀ ਸਮਾਜ, ਉਸ ਦੇ ਵਿੱਚ ਇਹ ਚੈਪਟਰ ਹੈ ਜੀ। ਇਸ ਤੋਂ ਇਲਾਵਾ ETT ਸੈਕਿੰਡ ਪੇਪਰ ਜਿਹੜਾ ਹੋਣਾ ਹੈ ਉਸ ਦੇ ਵਿੱਚ ਸਿਵਿਕਸ ਦਾ ਇਹ ਪਾਰਟ ਰਹੇਗਾ ਜੀ। ਇਸ ਦੇ ਵਿੱਚ ਆਪਾਂ ਡਿਟੇਲ ਡੈਮੋਕ੍ਰੇਸੀ ਬਾਰੇ ਪੜ੍ਹਾਂਗੇ। ਇਸ ਦੇ ਵਿੱਚ ਥਿਊਰੀ ਕਰਾਂਗੇ ਜੀ, ਕੋਈ MCQs ਨਹੀਂ ਕਰਾਂਗੇ। ਜਿਹੜੇ ਸੈਕਿੰਡ ਪੇਪਰ ਵਾਲੇ ਹੈ ਉਹ ਇਸ ਨੂੰ ਜ਼ਰੂਰ ਵੇਖਣ, ਕਿਉਂਕਿ ਉਹਨਾਂ ਨੂੰ ਜਿਹੜੀ ਡੈਪਥ ਨੌਲੇਜ ਇਸ ਤੋਂ ਪਤਾ ਲੱਗੇਗੀ ਜੀ। ਇਸ ਤੋਂ ਇਲਾਵਾ ਜੋ ਵੀ ਕੁਐਸਚਨ ਕਿਸ ਤਰੀਕੇ ਦੇ ਨਾਲ ਬਣਨਗੇ, ਕਿਉਂਕਿ ਆਪਣੇ ਕੋਲ ਹਾਲੇ ਤੱਕ ਟਾਈਮ ਹੈ ਜੀ। ਚਾਹੇ ETT ਸੈਕਿੰਡ ਪੇਪਰ ਹੋਵੇ, ਚਾਹੇ ETT ਫਸਟ ਈਅਰ ਵਾਲਿਆਂ ਦਾ ਪੇਪਰ ਹੋਵੇ ਜੀ, ਕਿਉਂਕਿ ਲੋਕਡਾਊਨ ਦੇ ਕਾਰਨ ਜਿਹੜੀ ਆਪਣੀ ਸਟੱਡੀ ਹੈ ਉਹ ਕੰਟੀਨਿਊ ਰਹੇ। ਇਸ ਦੇ ਲਈ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ, ਤਾਂ ਜੋ ਤੁਹਾਨੂੰ ਜਿਹੜੀ ਵੀ ਵੀਡੀਓ ਇਸ ਉੱਤੇ ਆਉਣ ਉਹਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ। ਤਾਂ ਹੁਣ ਆਪਾਂ ਇਸ ਨੂੰ ਸਟਾਰਟ ਕਰਦੇ ਹਾਂ ਜੀ। ਲੋਕਤੰਤਰੀ ਪ੍ਰਣਾਲੀ ਡੈਮੋਕ੍ਰੇਸੀ ਸਿਸਟਮ ਇਨ ਇੰਡੀਆ ਕੀ ਪੜ੍ਹਾਂਗੇ ਜੀ ਅੱਜ ਇਸ ਚੈਪਟਰ ਦੇ ਵਿੱਚ, ਉਹ ਆਪਾਂ ਥੋੜ੍ਹਾ ਡਿਸਕਸ ਕਰ ਲੈਂਦੇ ਹਾਂ ਜੀ। ਇਸ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪੜ੍ਹਾਂਗੇ ਜੀ ਲੋਕਤੰਤਰ ਦੀ ਜਾਣ ਪਛਾਣ। ਲੋਕਤੰਤਰ ਕੀ ਹੈ ਜੀ? ਲੋਕਤੰਤਰ ਦੇ ਵਿੱਚ ਆਪਾਂ ਕਿਸ ਤਰੀਕੇ ਦੀ ਇਸ ਦੀ ਸ਼ੁਰੂਆਤ ਹੋਈ, ਇਸ ਦੇ ਇਤਿਹਾਸ ਬਾਰੇ ਪੜ੍ਹਾਂਗੇ। ਇਸ ਦੀ ਜਿਹੜੀ ਅੱਜ ਦੇ ਕਾਲ ਦੇ ਵਿੱਚ ਕੀ ਮਹੱਤਤਾ ਹੈ ਉਸ ਦੇ ਬਾਰੇ ਪੜ੍ਹਾਂਗੇ। ਲੋਕਤੰਤਰ ਦਾ ਅਰਥ ਪੜ੍ਹਾਂਗੇ ਜੀ। ਲੋਕਤੰਤਰ ਦਾ ਅਰਥ ਕੀ ਹੈ? ਵੱਖ-ਵੱਖ ਜਿਹੜੇ ਪੋਲੀਟੀਸ਼ੀਅਨ ਹੋਏ ਨੇ ਉਹਨਾਂ ਨੇ ਵੱਖ-ਵੱਖ ਦਾ ਅਰਥ ਮੰਨਿਆ। ਇਸ ਤੋਂ ਇਲਾਵਾ ਸੰਕਲਪ ਦੇ ਬਾਰੇ, ਲੋਕਤੰਤਰ ਦੀ ਪਰਿਭਾਸ਼ਾਵਾਂ ਪੜ੍ਹਾਂਗੇ। ਅਤੇ ਸਭ ਤੋਂ ਇੰਪੋਰਟੈਂਟ ਜੀ, ਮੋਸਟ ਇੰਪੋਰਟੈਂਟ ETT ਜਿਹੜੇ ਫਸਟ ਈਅਰ ਦੇ ਸਟੂਡੈਂਟ ਨੇ ਉਹ ਧਿਆਨ ਨਾਲ ਵੇਖਣ ਜੀ। ਅਤੇ ਜਿਹੜੇ ETT ਸੈਕਿੰਡ ਸੈਕਿੰਡ ਪੇਪਰ ਵਾਲੇ ਹੈ ਜੀ, ਉਹ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ ਨੂੰ ਬਸ ਪੁਆਇੰਟ ਵਾਈਜ਼ ਯਾਦ ਰੱਖਣ ਜੀ, ਕਿਉਂਕਿ ਕੁਐਸਚਨ ਆ ਜਾਂਦਾ ਜੀ ਕਈ ਵਾਰ। ਅਤੇ ਲੋਕਤੰਤਰ ਦੇ ਪ੍ਰਕਾਰ ਪੜ੍ਹਾਂਗੇ ਜੀ। ਤਾਂ ਇਸ ਤਰੀਕੇ ਦੇ ਨਾਲ ਅੱਜ ਦਾ ਆਪਣਾ ਇਹ ਟੌਪਿਕ ਰਹੇਗਾ। ਥੋੜ੍ਹਾ ਤੁਸੀਂ ਇਸ ਨੂੰ ਡੈਪਥ ਦੇ ਵਿੱਚ ਪੜ੍ਹੋਗੇ, ਇਸ ਦੇ ਲਈ ਤੁਹਾਨੂੰ ਪੂਰਾ ਵੀਡੀਓ ਵੇਖਣਾ ਪਏਗਾ ਜੀ। ਤੁਸੀਂ ਧਿਆਨ ਨਾਲ ਵੇਖਣਾ, ਵੀਡੀਓ ਨੂੰ ਸਕਿਪ ਬਿਲਕੁਲ ਨਹੀਂ ਕਰਨਾ ਜੀ। ਵੀਡੀਓ ਨੂੰ ਬਿਲਕੁਲ ਤੁਸੀਂ ਛੱਡ ਨਹੀਂ ਦੇਣਾ। ਜੇਕਰ ਤੁਸੀਂ ਸਾਰਾ ਵੇਖੋਗੇ ਤਾਂ ਇਸ ਦੇ ਨਾਲ ਤੁਹਾਨੂੰ ਕਦੇ ਵੀ ਡੈਮੋਕ੍ਰੇਸੀ ਲੋਕਤੰਤਰੀ ਪ੍ਰਣਾਲੀ ਦੇ ਵਿੱਚ ਦਿੱਕਤ ਨਹੀਂ ਆਵੇਗੀ ਜੀ। ਕੰਟੈਂਪਰੇਰੀ ਇੰਡੀਅਨ ਸੁਸਾਇਟੀ ਦਾ ਇਹ ਚੈਪਟਰ ਨੰਬਰ ਆਪਣਾ 4 ਹੈ ਜੀ। ਹਰ ਯੂਨਿਟ ਦੇ ਵਿੱਚੋਂ ਇਸ ਦੀ ਜਿਹੜੀ ਯੂਨਿਟ ਹੈ ਉਹਦੇ ਵਿੱਚੋਂ ਇੱਕ ਕੁਐਸਚਨ ਜ਼ਰੂਰ ਬਣਦਾ ਹੈ ਜੀ। ਤਾਂ ਜੀ ਲੋਕਤੰਤਰ ਦਾ ਇਤਿਹਾਸ ਪੜ੍ਹਦੇ ਹਾਂ ਜੀ। ਲੋਕਤੰਤਰ ਦਾ ਇਤਿਹਾਸ ਕੀ ਹੈ? ਲੋਕਤੰਤਰ ਦੀ ਸ਼ੁਰੂਆਤ ਕਿੱਦਾਂ ਹੋਈ? ਕਿਸ ਦੇਸ਼ ਨੇ ਸਭ ਤੋਂ ਪਹਿਲਾਂ ਲੋਕਤੰਤਰ ਨੂੰ ਅਪਣਾਇਆ? ਕੌਣ ਇਸ ਦਾ ਮੋਢੀ ਹੈ? ਆਧੁਨਿਕ ਕਾਲ ਦੇ ਵਿੱਚ ਜਿਹੜਾ ਆਧੁਨਿਕ ਹੁਣ ਪ੍ਰੈਜ਼ੈਂਟ ਆਪਣੇ ਲੋਕਤੰਤਰੀ ਜਿਹੜੀ ਡੈਮੋਕ੍ਰੇਸੀ ਚੱਲ ਰਹੀ ਹੈ ਉਹਦੇ ਵਿੱਚ ਸਭ ਤੋਂ ਵੱਡਾ ਕਿਹੜਾ ਦੇਸ਼ ਹੈ ਜੀ? ਕਿਸ ਦੇਸ਼ ਦੇ ਵਿੱਚ ਲੋਕਤੰਤਰੀ ਜਿਹੜੀ ਸਰਕਾਰ ਹੈ ਉਹ ਪਪੂਲਰ ਹੈ ਜੀ? ਕੌਣ ਜ਼ਿਆਦਾ ਇਸ ਨੂੰ ਮੰਨਦਾ ਹੈ? ਇਸ ਦੇ ਬਾਰੇ ਆਪਾਂ ਪੜ੍ਹਾਂਗੇ। ਆਧੁਨਿਕ ਯੁੱਗ ਲੋਕਤੰਤਰ ਦਾ ਯੁੱਗ ਹੈ ਜੀ। ਆਪਾਂ ਸਭ ਨੂੰ ਪਤਾ ਹੈ ਲੋਕਤੰਤਰ ਨੂੰ ਸਭ ਸ਼ਾਸਨ ਪ੍ਰਣਾਲੀਆਂ ਵਿੱਚੋਂ ਉੱਤਮ ਮੰਨਿਆ ਜਾਂਦਾ ਹੈ। ਤਾਂ ਜੀ ਜਿਹੜਾ ਅੱਜ ਦੀ ਪ੍ਰਸ਼ਾਸਨ ਚੱਲ ਰਿਹਾ ਹੈ ਉਹ ਲੋਕਤੰਤਰੀ ਜਿਹੜਾ ਸ਼ਾਸਨ ਚੱਲ ਰਿਹਾ ਜੀ। ਸਭ ਪ੍ਰਸ਼ਾਸਨ ਪ੍ਰਣਾਲੀਆਂ ਵਿੱਚੋਂ ਉੱਤਮ ਕਿਸ ਨੂੰ ਮੰਨਿਆ ਗਿਆ? ਲੋਕਤੰਤਰ ਨੂੰ ਮੰਨਿਆ ਗਿਆ ਜੀ। ਜਦੋਂ ਤੋਂ ਭਾਰਤ ਆਜ਼ਾਦ ਹੋਇਆ ਹੈ ਉਸ ਨੇ ਲੋਕਤੰਤਰ ਨੂੰ ਅਪਣਾਇਆ ਹੈ। ਆਪਾਂ ਸਾਰਿਆਂ ਨੂੰ ਪਤਾ ਹੈ ਜੀ 26 ਜਨਵਰੀ 1950 ਤੋਂ ਆਪਣੇ ਭਾਰਤ ਦੇਸ਼ ਦੇ ਵਿੱਚ ਸੰਵਿਧਾਨ ਨੂੰ ਲਾਗੂ ਕਰ ਦਿੱਤਾ ਗਿਆ ਸੀ। ਉਸ ਨੂੰ ਅਸੀਂ ਗਣਤੰਤਰ ਰਾਜ ਮੰਨਦੇ ਹਾਂ ਅਤੇ ਇਸ ਦਿਨ ਨੂੰ ਆਪਾਂ ਗਣਤੰਤਰ ਦਿਵਸ ਦੇ ਤੌਰ 'ਤੇ ਮਨਾਉਂਦੇ ਹਾਂ ਜੀ। ਹੁਣ 8% ਆਪਣੇ ਪੂਰੇ ਵਿਸ਼ਵ ਦੇ ਵਿੱਚ 200 ਦੇਸ਼ ਹਨ, ਉਹਦੇ ਵਿੱਚੋਂ 120 ਦੇਸ਼ਾਂ ਦੇ ਵਿੱਚ ਲੋਕਤੰਤਰ ਨੂੰ ਮੰਨਿਆ ਜਾਂਦਾ ਹੈ ਜੀ। ਲੋਕਤੰਤਰ ਨੂੰ ਅਪਣਾਇਆ ਹੋਇਆ ਹੈ। ਇਸ ਦੇ 120 ਦੇਸ਼ਾਂ ਦੇ ਵਿੱਚ ਜਿਹੜੀ ਜਨਸੰਖਿਆ ਨਿਵਾਸ ਕਰਦੀ ਹੈ ਉਹ ਹੈ ਜੀ 62.5%, ਯਾਨੀ ਲਗਭਗ 60% ਤੋਂ ਉੱਤੇ ਲੋਕ ਮੰਨਦੇ ਹਨ ਜੀ। ਆਪਾਂ ਇਹ ਮੰਨੀਏ ਕਿ ਪੂਰਾ ਜੇਕਰ ਵਿਸ਼ਵ ਹੈ ਉਹਦੇ ਵਿੱਚੋਂ 100 ਵਿਅਕਤੀ, ਆਪਾਂ ਐਗਜ਼ਾਮਪਲ ਲਈਏ, 100 ਵਿਅਕਤੀਆਂ ਦੇ ਵਿੱਚੋਂ 60 ਵਿਅਕਤੀ ਲੋਕਤੰਤਰ ਦੇ ਪੱਖ ਵਿੱਚ ਹਨ। ਇਸ ਤਰੀਕੇ ਦੇ ਨਾਲ ਲੋਕਤੰਤਰ ਨੂੰ ਆਪਾਂ ਇਤਿਹਾਸਿਕ ਤੌਰ 'ਤੇ ਇਹ ਮੰਨ ਸਕਦੇ ਹਾਂ ਕਿ ਜਿਹੜਾ ਲੋਕਤੰਤਰੀ ਜੀਵਨ ਵਿਆਪਨ ਕਰਨ ਵਾਲਾ ਦੇਸ਼ ਹੈ, ਲੋਕਤੰਤਰ ਨੂੰ ਅਪਣਾਉਣ ਵਾਲਾ ਦੇਸ਼ ਹੈ, ਉਹ ਕਿਤੇ ਨਾ ਕਿਤੇ ਆਪਣੀ ਤਰੱਕੀ ਵੱਧ ਕਰ ਸਕਦਾ ਹੈ, ਕਿਉਂਕਿ ਇਸ ਦੇ ਵਿੱਚ ਉਸ ਦੇ ਨਿਵਾਸੀਆਂ ਦਾ ਯੋਗਦਾਨ ਬਹੁਤ ਜ਼ਿਆਦਾ ਹੁੰਦਾ ਜੀ ਅਤੇ ਉਹਨਾਂ ਨੂੰ ਸਰਕਾਰ ਬਣਾਉਣ ਦੇ ਵਿੱਚ ਪ੍ਰਮੁੱਖ ਮੰਨਿਆ ਜਾਂਦਾ ਹੈ ਜੀ। ਇਸ ਤੋਂ ਇਲਾਵਾ ਆਪਣੇ ਪੜੋਸੀ ਦੇਸ਼ ਹਨ ਜਿਹੜੇ, ਉਹਨਾਂ ਦੇ ਵਿੱਚ ਵੀ ਲੋਕਤੰਤਰ ਹੈ, ਜਿਵੇਂ ਪਾਕਿਸਤਾਨ, ਭੂਟਾਨ ਹੋ ਗਿਆ ਜੀ,
ਭਾਰਤ, ਬੰਗਲਾਦੇਸ਼, ਸ੍ਰੀਲੰਕਾ, USA ਜਿਹੜਾ ਦੇਸ਼ ਹੈ ਜੀ, ਅਮਰੀਕਾ, ਬ੍ਰਿਟੇਨ, ਫਰਾਂਸ, ਸਭ ਜਗ੍ਹਾ ਜੀ ਲੋਕਤੰਤਰ ਨੂੰ ਅਪਣਾਇਆ ਗਿਆ ਹੈ। ਅਤੇ ਜਿਹੜਾ ਆਪਣਾ ਪੜੋਸੀ ਦੇਸ਼ ਚੀਨ ਹੈ ਜੀ, ਉੱਥੇ ਸਮਾਜਵਾਦ ਨੂੰ ਅਪਣਾਇਆ ਗਿਆ ਹੈ। ਉਹ ਵੀ ਲੋਕਤੰਤਰ ਦਾ ਹੀ ਇੱਕ ਰੂਪ ਹੈ ਜੀ। ਆਪਾਂ ਅੱਗੇ ਇਸ ਦੇ ਬਾਰੇ ਪੜ੍ਹਾਂਗੇ ਜੀ। ਲੋਕਤੰਤਰ ਦੀ ਸ਼ੁਰੂਆਤ ਨੂੰ ਮੰਨਿਆ ਜਾਂਦਾ ਹੈ ਕਿ ਯੂਨਾਨ ਜਿਹੜਾ ਦੇਸ਼ ਹੈ ਜੀ, ਉਸ ਤੋਂ ਹੋਈ ਹੈ। ਅਤੇ ਆਧੁਨਿਕ ਲੋਕਤੰਤਰ ਦਾ ਜਿਹੜਾ ਨਿਰਮਾਣ ਹੈ ਜੀ, ਉਹ ਕਿਸ ਕਾਰਨ ਹੋਇਆ? ਆਧੁਨਿਕ ਲੋਕਤੰਤਰ ਦੇ ਨਿਰਮਾਣ ਹੋਣ ਦੇ ਪਿੱਛੇ ਦੇ ਕਾਰਨ ਸਨ ਜੀ ਕੁਲੀਨ ਤੰਤਰ ਤੋਂ ਬਾਅਦ। ਕੁਲੀਨ ਤੰਤਰ ਦਾ ਮਤਲਬ ਇੱਥੇ ਕੀ ਹੈ ਜੀ, ਉਹ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਕੁਲੀਨ ਤੰਤਰ ਦਾ ਮਤਲਬ ਹੈ ਜੀ ਕਿ ਇੱਕ ਹੀ ਵੰਸ਼ ਦੇ ਵਿਅਕਤੀ ਬਾਰ-ਬਾਰ ਰਾਜਾ ਬਣਦੇ ਜਾਂਦੇ ਹਨ ਜੀ। ਇੱਕ ਵੰਸ਼ਵਾਦ ਦਾ ਪ੍ਰਕੋਪ ਸੀ ਜੀ ਪੂਰਾ। ਉਸ ਨੂੰ ਖਤਮ ਕਰਨ ਦੇ ਵਾਸਤੇ ਕਿਸ ਦਾ ਜਨਮ ਹੋਇਆ ਜੀ? ਲੋਕਤੰਤਰ ਦਾ ਜਨਮ ਹੋਇਆ। ਕੁਲੀਨ ਤੰਤਰ ਦੇ ਵਿੱਚ ਇੱਕ ਰਾਜਾ ਦਾ ਬੇਟਾ ਹਮੇਸ਼ਾ ਰਾਜਾ ਬਣ ਜਾਂਦਾ ਸੀ। ਜਨਤਾ ਦਾ ਇਸ ਦੇ ਵਿੱਚ ਬਿਲਕੁਲ ਯੋਗਦਾਨ ਨਹੀਂ ਹੁੰਦਾ ਸੀ। ਉਹ ਇਸ ਤਰੀਕੇ ਦੇ ਨਾਲ ਆਪਾਂ ਮੰਨ ਸਕਦੇ ਹਾਂ ਕਿ ਉਹਨਾਂ ਦਾ ਯੋਗਦਾਨ ਸਿਰਫ ਇੱਕ ਪ੍ਰਜਾ ਦੇ ਰੂਪ ਵਿੱਚ ਰਹਿੰਦਾ ਸੀ। ਉਹਨਾਂ ਨੂੰ ਜਿਹੜਾ ਰਾਜਾ ਬਣ ਜਾਂਦਾ ਉਹ ਉਸ 'ਤੇ ਰਾਜ ਕਰਦਾ ਜੀ। ਜਿਵੇਂ ਬ੍ਰਿਟੇਨ ਵਗੈਰਾ ਦੇਸ਼ ਸਨ, ਉੱਥੇ ਜੀ ਕੁਲੀਨ ਤੰਤਰ ਚੱਲ ਰਿਹਾ ਸੀ। ਜਿਵੇਂ ਐਲਿਜ਼ਾਬੈਥ 1 ਹੋ ਗਈ ਜੀ, 2 ਹੋ ਗਈ, ਇਹ ਉਸ ਤੋਂ ਬਾਅਦ ਬਣਦੇ ਜਾਂਦੇ ਜੀ। ਤਾਂ ਉੱਥੇ ਇਸ ਚੀਜ਼ ਨੂੰ ਖਤਮ ਕਰਨ ਵਾਸਤੇ ਜੀ ਆਧੁਨਿਕ ਲੋਕਤੰਤਰ ਦੀ ਸ਼ੁਰੂਆਤ ਹੋਈ ਜੀ। ਆਧੁਨਿਕ ਲੋਕਤੰਤਰ ਦਾ ਨਿਰਮਾਣ ਕਿੱਥੇ ਕਿੱਥੇ ਹੋਇਆ ਜੀ? ਸਭ ਤੋਂ ਪਹਿਲਾਂ ਮੰਨ ਸਕਦੇ ਹਾਂ ਜੀ ਅਮਰੀਕਾ, ਫਰਾਂਸ, ਵੈਸਟਰਨ ਜਿਹੜੇ ਦੇਸ਼ ਜੀ, ਸਾਰੇ ਜਿਹੜੇ ਪੱਛਮੀ ਦੇਸ਼ ਨੇ, ਉਹ ਸਾਰੇ ਦੇਸ਼ਾਂ ਦੇ ਵਿੱਚ ਕਿਸ ਦੀ ਸ਼ੁਰੂਆਤ ਕਰ ਦਿੱਤੀ ਗਈ ਜੀ? ਆਧੁਨਿਕ ਲੋਕਤੰਤਰ ਦੀ ਸ਼ੁਰੂਆਤ ਕਰ ਦਿੱਤੀ ਗਈ। ਆਧੁਨਿਕ ਲੋਕਤੰਤਰ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਇਸ ਦੇ ਵਿੱਚ ਸਭ ਤੋਂ ਜ਼ਿਆਦਾ ਕਿਸ ਦਾ ਯੋਗਦਾਨ ਹੈ ਜੀ? ਅਮਰੀਕਾ ਸੰਸਾਰ ਦਾ ਸਭ ਤੋਂ ਆਧੁਨਿਕ ਲੋਕਤੰਤਰਿਕ ਦੇਸ਼ ਬਣ ਗਿਆ ਜੀ। ਜਿਹੜਾ ਆਧੁਨਿਕ ਲੋਕਤੰਤਰਿਕ ਦੇਸ਼ ਹੈ, ਉਹ ਸੰਸਾਰ ਦਾ ਸਭ ਤੋਂ ਜਿਹੜਾ ਆਧੁਨਿਕ ਲੋਕਤੰਤਰਿਕ ਦੇਸ਼ ਹੈ ਜੀ, ਉਹ ਹੈ ਜੀ ਅਮਰੀਕਾ। ਅਤੇ ਭਾਰਤੀ ਲੋਕਤੰਤਰ ਆਧੁਨਿਕ ਲੋਕਤੰਤਰ ਦਾ ਸਭ ਤੋਂ ਵੱਡਾ ਲੋਕਤੰਤਰੀ ਰਾਜ ਹੈ ਜੀ, ਸਭ ਤੋਂ ਵੱਡਾ ਦੇਸ਼ ਹੈ। ਇੱਥੇ ਦੋ ਚੀਜ਼ਾਂ ਸਮਝਣ ਵਾਲੀ ਜੀ। ਭਾਰਤ ਦੇਸ਼ ਦੇ ਵਿੱਚ ਪੂਰੇ ਵਿਸ਼ਵ ਦੇ ਤੋਂ ਬਾਅਦ ਪਹਿਲੇ ਨੰਬਰ 'ਤੇ ਜੀ ਚੀਨ ਹੈ, ਦੂਜੇ ਨੰਬਰ 'ਤੇ ਜਨਸੰਖਿਆ ਪੱਖੋਂ ਭਾਰਤ ਹੈ ਜੀ। ਪਰ ਇੱਥੇ ਚੀਨ ਨੂੰ ਲੋਕਤੰਤਰੀ ਰਾਜ ਨਹੀਂ ਮੰਨਿਆ ਜਾਂਦਾ। ਇਹ ਗੱਲ ਹਮੇਸ਼ਾ ਧਿਆਨ ਰੱਖਣੀ ਹੈ ਜੀ, ਕਿਉਂਕਿ ਚੀਨ ਦੇ ਵਿੱਚ ਲੋਕਤੰਤਰੀ ਰਾਜ ਨਹੀਂ, ਉੱਥੇ ਸਮਾਜਵਾਦ ਹੈ ਜੀ। ਉੱਥੇ ਇੱਕ ਇਸ ਤਰੀਕੇ ਦੀ ਵਿਵਸਥਾ ਕੀਤੀ ਹੋਈ ਹੈ ਕਿ ਉੱਥੇ ਦੀਆਂ ਸਰਕਾਰਾਂ ਜਿਹੜੀਆਂ ਬਣਦੀਆਂ ਹਨ, ਉਹ ਦਲ ਦੇ ਹਿਸਾਬ ਦੇ ਨਾਲ ਬਣਦੀਆਂ ਹਨ। ਜਿਹੜਾ ਇੱਕੋ ਇੱਕ ਦਲ ਹੈ ਜੀ, ਜਿਵੇਂ ਉੱਥੇ ਹੁਣ ਸੀ ਜਿਨਪਿੰਗ ਨੇ ਜੀ, ਉੱਥੇ ਦੇ ਪ੍ਰਧਾਨ ਮੰਤਰੀ, ਤਾਂ ਉਹ ਇੱਕੋ ਇੱਕ ਬੰਦਾ ਹੀ ਹਮੇਸ਼ਾ ਰਹੇਗਾ ਜੀ। ਉਸ ਤੋਂ ਬਾਅਦ ਜਿਹੜੇ ਉਸ ਦੇ ਅੱਗੇ ਜਿਹੜੇ ਸਕਸੀਡਰ ਹੋਣਗੇ, ਜਿਹੜੇ ਉਸ ਤੋਂ ਆਉਣ ਵਾਲੇ ਹੋਣਗੇ ਜੀ, ਉਹਨਾਂ ਦਾ ਸ਼ਾਸਨ ਹੋਵੇਗਾ। ਤਾਂ ਜੀ ਇਹ ਜਿਹੜੇ ਮਾਸਟਰ ਕੈਡਰ ਜਾਂ ETT ਸੈਕਿੰਡ ਪੇਪਰ ਦੀ ਤਿਆਰੀ ਕਰ ਰਹੇ ਹਨ, ਉਹ ਵੀ ਇਸ ਚੀਜ਼ ਨੂੰ ਜ਼ਰੂਰ ਧਿਆਨ ਰੱਖਣ ਜੀ। ਇੱਕ ਨੰਬਰ ਦੇ ਵਿੱਚ ਉਹਨਾਂ ਨੂੰ ਕੁਐਸਚਨ MCQs ਬੇਸਡ ਆਉਣਾ ਦਾ ਇਹ ਕੁਐਸਚਨ ਬਣ ਸਕਦਾ ਜੀ ਕਿ ਆਧੁਨਿਕ ਲੋਕਤੰਤਰ ਦਾ ਸੰਸਾਰ ਦਾ ਸਭ ਤੋਂ ਆਧੁਨਿਕ ਲੋਕਤੰਤਰ ਦਾ ਜਿਹੜਾ ਦੇਸ਼ ਹੈ, ਉਹ ਕਿਸ ਨੂੰ ਮੰਨਿਆ ਜਾਂਦਾ ਹੈ, ਜਾਂ ਪਹਿਲਾ ਦੇਸ਼ ਕਿਹੜਾ ਹੈ ਜੀ ਜਿਹਨੇ ਲੋਕਤੰਤਰ ਨੂੰ ਅਪਣਾਇਆ? ਤਾਂ ਉਹ ਅਮਰੀਕਾ ਹੈ ਜੀ। ਕਿਉਂਕਿ ਅਮਰੀਕਾ, ਆਈ ਐਮ ਨੋਟ ਰੋਂਗ, 1798 ਦੇ ਕਰੀਬ ਸ਼ਾਇਦ ਇਸ ਆਜ਼ਾਦ ਹੋ ਗਿਆ ਸੀ ਜੀ। ਤੁਸੀਂ ਚੈੱਕ ਕਰ ਲਿਓ ਥੋੜ੍ਹਾ ਜਿਹਾ। ਭਾਰਤੀ ਲੋਕਤੰਤਰ ਆਧੁਨਿਕ ਲੋਕਤੰਤਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਜੀ। ਹਾਂ, ਵੱਡਾ ਲੋਕਤੰਤਰ ਹੈ ਕਿਉਂਕਿ ਜੀ ਇੱਥੇ ਹੁਣ 130 ਕਰੋੜ ਦੇ ਲਗਭਗ ਜਨਸੰਖਿਆ ਨਿਵਾਸ ਕਰਦੀ ਹੈ ਜੀ। 130 ਕਰੋੜ ਦੇ ਲਗਭਗ ਨਿਵਾਸ ਕਰਦੀ ਹੈ। ਅਤੇ ਇਸ ਦੇ ਵਿੱਚ 65% ਭਾਰਤ ਦੇ ਵਿੱਚ 65% ਜਿਹੜੇ ਉਹ ਹਨ ਜੀ ਨੌਜਵਾਨ। ਅਤੇ ਸਭ ਨੂੰ ਭਾਰਤ ਦੇ ਵਿੱਚ 18 ਸਾਲ ਦੀ ਉਮਰ ਜਿਹੜੀ ਜਿਸ ਨੇ ਪੂਰੀ ਕਰ ਲਈ ਹੋਵੇ, ਉਸ ਨੂੰ ਵੋਟ ਪਾਉਣ ਦਾ ਅਧਿਕਾਰ ਹੁੰਦਾ ਹੈ। ਤਾਂ ਹਰ ਇੱਕ ਵਿਅਕਤੀ ਨੂੰ ਇੱਥੇ ਵੋਟ ਦੇਣ ਦਾ ਅਧਿਕਾਰ ਹੈ ਜੀ। ਤਾਂ ਹਰ ਵਿਅਕਤੀ ਆਪਣੇ ਵੋਟ ਦਾ ਅਧਿਕਾਰ ਦਾ ਪ੍ਰਯੋਗ ਕਰਕੇ ਸਰਕਾਰ ਨੂੰ ਚੁਣ ਸਕਦਾ ਹੈ। ਤਾਂ ਸਭ ਤੋਂ ਵੱਡਾ ਜਿਹੜਾ ਆਧੁਨਿਕ ਲੋਕਤੰਤਰ ਦਾ ਦੇਸ਼ ਹੈ ਮੰਨਿਆ ਜਾਂਦਾ, ਉਹ ਹੈ ਜੀ ਆਪਣਾ ਦੇਸ਼ ਭਾਰਤ। ਇਸ ਤੋਂ ਅੱਗੇ ਆਪੇ ਪੜ੍ਹਦੇ ਹਾਂ ਜੀ ਲੋਕਤੰਤਰ ਦਾ ਅਰਥ ਅਤੇ ਪਰਿਭਾਸ਼ਾ। ਡੈਫੀਨੇਸ਼ਨ ਐਂਡ ਮੀਨਿੰਗ ਆਫ ਡੈਮੋਕ੍ਰੇਸੀ। ਡੈਮੋਕ੍ਰੇਸੀ ਦਾ ਕੀ ਅਰਥ ਹੈ ਜੀ? ਜਿਵੇਂ ਅੰਗਰੇਜ਼ੀ ਦੇ ਵਿੱਚ ਇਸ ਨੂੰ ਲਿਖਿਆ ਗਿਆ ਹੈ ਜੀ। ਪਹਿਲਾਂ ਜਿਹੜਾ ਇਸ ਦਾ ਸ਼ਬਦ ਦੇ ਅਨੁਸਾਰ ਜਿਹੜਾ ਇਸ ਦਾ ਮੀਨਿੰਗ ਹੈ ਜੀ, ਉਹ ਪੜ੍ਹਦੇ ਆਪਾਂ। ਇਹਦਾ ਅਰਥ ਕੀ ਹੋਏਗਾ ਜੀ? ਜਿਵੇਂ ਇੰਗਲਿਸ਼ ਦੇ ਵਿੱਚ ਇਸ ਨੂੰ ਡੈਮੋਕ੍ਰੇਸੀ ਕਿਹਾ ਜਾਂਦਾ ਹੈ ਜੀ। ਡੈਮੋਕ੍ਰੇਸੀ ਦਾ ਮਤਲਬ ਜਿਹੜੀ ਆਪਾਂ ਪੰਜਾਬੀ ਦੇ ਵਿੱਚ ਲਿਖੀਏ ਤਾਂ ਇਹਦਾ ਮਤਲਬ ਹੁੰਦਾ ਜੀ ਲੋਕਤੰਤਰ। ਅਤੇ ਡੈਮੋਕ੍ਰੇਸੀ ਜੇਕਰ ਇਸ ਨੂੰ ਗ੍ਰੀਕ ਭਾਸ਼ਾ ਦੇ ਵਿੱਚ ਆਪਾਂ ਲਿਖੀਏ ਤਾਂ ਡੈਮੋਕ੍ਰੇਸੀ ਨੂੰ ਇਸ ਨੇ ਦੋ ਭਾਗਾਂ ਵਿੱਚ ਵੰਡਿਆ ਜੀ, ਡੋਮਸ ਅਤੇ ਕੈਰੋਟਸ। ਅਤੇ ਇਸ ਦਾ ਦੋਨਾਂ ਦਾ ਮਤਲਬ ਹੈ ਜੀ ਲੋਕਾਂ ਦੀ ਸ਼ਕਤੀ। ਇੱਥੇ ਲੋਕਾਂ ਦੀ ਸ਼ਕਤੀ ਤੋਂ ਮਤਲਬ ਹੈ ਜੀ ਲੋਕਤੰਤਰ ਤੋਂ ਭਾਵ ਲੋਕਾਂ ਦੀ ਸ਼ਕਤੀ ਹੈ।
ਜਿਸ ਨੂੰ ਲੋਕ ਆਪਣਾ ਚੰਗਾ ਨੇਤਰਤਵ ਕਰਨ ਵਾਲਾ ਮੰਨਦੇ ਹੋਣ, ਜਿਸ ਨੂੰ ਲੀਡਰ ਦੇ ਵਿੱਚ ਮੰਨਦੇ ਹੋਣ, ਉਹ ਲੋਕਾਂ ਦੇ ਵਿੱਚ ਸ਼ਕਤੀ ਹੈ, ਉਸ ਨੂੰ ਚੁਣ ਸਕਦੇ ਹਨ। ਲੋਕਾਂ ਦੇ ਵਿੱਚ ਹੀ ਸ਼ਕਤੀ ਹੈ ਕਿ ਉਹ ਜੇਕਰ ਉਹਨਾਂ ਨੂੰ ਲੀਡਰ ਕੋਈ ਪਸੰਦ ਨਹੀਂ ਹੈ ਜੀ, ਪੋਲੀਟਿਕ ਪਾਰਟੀ ਕੋਈ ਪਸੰਦ ਨਹੀਂ ਹੈ, ਜੇਕਰ ਉਹਨਾਂ ਨੂੰ ਕੋਈ ਨੇਤਾ ਪਸੰਦ ਨਹੀਂ ਹੈ ਤਾਂ ਉਹ ਉਸ ਨੂੰ ਹਰਾ ਸਕਦੇ ਹਨ। ਲੋਕਾਂ ਦੇ ਵਿੱਚ ਸ਼ਕਤੀ ਹੈ ਜੀ। ਲੋਕਾਂ ਨੂੰ ਸ਼ਕਤੀ ਕਿਸ ਪ੍ਰਕਾਰ ਨਾਲ ਦਿੱਤੀ ਗਈ ਹੈ ਜੀ? ਉਹਨਾਂ ਨੂੰ ਵੋਟ ਦਾ ਅਧਿਕਾਰ ਦੇ ਕੇ ਸ਼ਕਤੀ ਦਿੱਤੀ ਗਈ ਹੈ ਜੀ। ਇਸ ਤੋਂ ਇਲਾਵਾ ਇੱਕ ਗ੍ਰੀਕ ਭਾਸ਼ਾ ਦੇ ਵਿੱਚ ਇਸ ਸ਼ਬਦ ਨੂੰ ਹੋਰ ਵੱਖ ਤਰੀਕੇ ਨਾਲ ਪੇਸ਼ ਕੀਤਾ ਗਿਆ ਜੀ, ਡੈਮੋਕ੍ਰੇਟੀਆ, ਜਿਸ ਦੇ ਵਿੱਚ ਉਹਨਾਂ ਨੇ ਇਸ ਨੂੰ ਕੀ ਕਿਹਾ ਜੀ? ਉਸ ਨੇ ਕਿਹਾ ਜੀ ਰੂਲਸ ਆਫ ਪੀਪਲ, ਲੋਕਾਂ ਦਾ ਰਾਜ। ਲੋਕਾਂ ਦਾ ਰਾਜ ਇਸ ਨੂੰ ਵੀ ਸਮਝ ਸਕਦੇ ਆ ਜੀ। ਸਰਕਾਰ ਦਾ ਉਹ ਰੂਪ ਹੈ ਜੀ ਜਿਸ ਵਿੱਚ ਸਰਵ ਉੱਚ ਸ਼ਕਤੀ ਕਿਸ ਦੇ ਕੋਲ ਹੈ ਜੀ? ਸਰਵ ਉੱਚ ਸ਼ਕਤੀ ਜਨ ਸਧਾਰਨ ਸੱਤਾ, ਜਿਹੜੀ ਜਨ ਸਧਾਰਨ ਲੋਕ ਨੇ, ਜਿਹੜੇ ਆਮ ਆਦਮੀ ਨੇ, ਉਸ ਦੇ ਕੋਲ ਇਹ ਸ਼ਕਤੀ ਹੈ ਕਿ ਜੀ ਉਹ ਲੋਕਾਂ ਦਾ ਰਾਜ ਕਾਇਮ ਕਰ ਸਕਦੇ ਹਨ। ਉਹ ਪ੍ਰਤੱਖ ਜਾਂ ਅਪਰਤੱਖ ਰੂਪ ਵਿੱਚ, ਇੱਥੇ ਦੋ ਗੱਲਾਂ ਧਿਆਨ ਰੱਖਣੀਆਂ ਜੀ। ਪ੍ਰਤੱਖ ਦਾ ਮਤਲਬ ਜੇ ਡਾਇਰੈਕਟ ਜਾਂ ਅਪਰਤੱਖ, ਇਨਡਾਇਰੈਕਟ ਰੂਪ ਵਿੱਚ, ਕਿਸੇ ਨਾ ਕਿਸੇ ਰੂਪ ਵਿੱਚ ਉਹ ਸਰਕਾਰ ਨੂੰ ਖੁਦ ਚਲਾਉਂਦੇ ਹਨ। ਉਹ ਡਾਇਰੈਕਟ ਆਪਣੇ ਵੋਟ ਦਾ ਇਸਤੇਮਾਲ ਕਰਦੇ ਹਨ। ਜਿਵੇਂ MP MLA ਦੇ ਵੋਟਸ ਹੁੰਦੇ ਹਨ, ਉਹ ਡਾਇਰੈਕਟ ਆਪਣਾ ਵੋਟ ਦਿੰਦੇ ਹਨ। ਇਸੇ ਤਰੀਕੇ ਦੇ ਨਾਲ ਇਨਡਾਇਰੈਕਟ ਰੂਪ ਵਿੱਚ ਉਹ ਵੋਟ ਦਾ ਪ੍ਰਯੋਗ ਕਦੋਂ ਕਰਦੇ ਹਨ? ਜਿਵੇਂ ਪ੍ਰੈਜ਼ੀਡੈਂਟ ਦਾ ਚੁਣਾਵ ਹੁੰਦਾ ਹੈ ਜੀ, ਜਿਵੇਂ ਵਾਈਸ ਪ੍ਰੈਜ਼ੀਡੈਂਟ ਦਾ ਚੁਣਾਵ ਹੁੰਦਾ ਹੈ, ਉੱਥੇ ਕੋਈ ਵਿਅਕਤੀ ਖੁਦ ਜਾ ਕੇ ਵੋਟ ਨਹੀਂ ਕਰਦਾ ਜੀ। ਉੱਥੇ ਜਿਹੜੇ ਉਸ ਦੇ ਦੁਆਰਾ ਚੁਣੇ ਗਏ ਨੁਮਾਇੰਦੇ ਹਨ, ਜਿਵੇਂ MP MLAs ਨੇ, ਉਹ ਕੀ ਕਰਦੇ ਨੇ ਜੀ? ਉਸ ਦੇ ਆਪਣੇ ਵੋਟ ਉਸ ਜਨਤਾ ਦੇ ਨੂੰ ਅੱਗੇ ਰੱਖ ਕੇ ਜੀ, ਜਨਤਾ ਦੇ ਰੂਪ ਦੇ ਵਿੱਚ, ਅਪਰਤੱਖ ਰੂਪ ਵਿੱਚ ਜੀ ਵੋਟ ਦਿੰਦੇ ਹਨ ਤੇ ਪ੍ਰੈਜ਼ੀਡੈਂਟ ਅਤੇ ਵਾਈਸ ਪ੍ਰੈਜ਼ੀਡੈਂਟ ਦਾ ਚੁਣਾਵ ਕਰਦੇ ਹਨ। ਤਾਂ ਜੀ ਡੈਮੋਕ੍ਰੇਸੀ ਦਾ ਸਿੱਧਾ ਇੱਕ ਡਾਇਰੈਕਟ ਮੀਨ ਆਪਾਂ ਮੰਨ ਸਕਦੇ ਹਾਂ ਜੀ, ਲੋਕਾਂ ਦੀ ਸ਼ਕਤੀ ਹੈ ਜਿਸ ਦੇ ਵਿੱਚ ਲੋਕਾਂ ਨੂੰ ਸਰਵ ਉੱਚ ਮੰਨਿਆ ਜਾਂਦਾ ਹੈ ਜੀ। ਲੋਕ ਸਰਕਾਰਾਂ ਹੀ ਸਭ ਤੋਂ ਉੱਤਮ ਮੰਨੀਆਂ ਜਾਂਦੀਆਂ ਹਨ। ਰੂਲਸ ਆਫ ਪੀਪਲ ਹੈ ਜੀ, ਜਨਤਾ ਦਾ ਰਾਜ ਹੈ। ਲੋਕਤੰਤਰ ਨੂੰ ਇੱਕ ਸਧਾਰਨ ਭਾਸ਼ਾ ਵਿੱਚ ਆਪਾਂ ਅਰਥ ਦੇ ਰੂਪ ਵਿੱਚ ਹੋਰ ਮੰਨ ਸਕਦੇ ਹਾਂ ਜੀ। ਲੋਕਤੰਤਰ ਨੂੰ ਸਧਾਰਨ ਰੂਪ ਵਿੱਚ ਇੱਕ ਸ਼ਾਸਨ ਪ੍ਰਣਾਲੀ ਰੂਪ ਵਿੱਚ ਪ੍ਰਗਟ ਕੀਤਾ ਗਿਆ ਜੀ। ਲੋਕਤੰਤਰ ਨੂੰ ਇੱਕ ਸ਼ਾਸਨ ਪ੍ਰਣਾਲੀ ਦੇ ਰੂਪ ਵਿੱਚ ਪ੍ਰਗਟ ਕੀਤਾ ਗਿਆ। ਸ਼ਾਸਨ ਪ੍ਰਣਾਲੀ ਦਾ ਮਤਲਬ ਹੁੰਦਾ ਹੈ ਜੀ ਇੱਕ ਇਸ ਤਰੀਕੇ ਦਾ ਸਟਰਕਚਰ ਜਿਸ ਦੇ ਵਿੱਚ ਸਰਕਾਰ ਨੂੰ ਬਣਾਉਣ ਵਾਲਾ ਕਿਸ ਤਰੀਕੇ ਦੇ ਨਾਲ ਸਰਕਾਰ ਬਣਾਏਗਾ, ਸਰਕਾਰ ਨੂੰ ਚਲਾਉਣ ਵਾਲਾ ਕੌਣ ਹੋਏਗਾ, ਕੌਣ ਉਸ ਨੂੰ ਨਿਯੰਤਰਣ ਕਰਨ ਵਾਲਾ ਹੋਏਗਾ, ਇਹ ਸਭ ਕੁਝ ਲੋਕਤੰਤਰ ਦਾ ਹਿੱਸਾ ਹੈ ਜੀ। ਠੀਕ ਹੈ ਜੀ। ਲੋਕਤੰਤਰ ਦੇ ਲਈ ਇੱਕ ਬੜੀ ਸੋਹਣੀ ਪਰਿਭਾਸ਼ਾ ਪ੍ਰੋਫੈਸਰ ਗਿਦੰਗਸ ਨੇ ਦਿੱਤੀ ਹੈ ਜੀ। ਉਹਨਾਂ ਨੇ ਕੀ ਕਿਹਾ? ਲੋਕਤੰਤਰ ਇੱਕ ਸਰਕਾਰ ਦੀ ਕਿਸਮ ਵੀ ਹੋ ਸਕਦੀ ਹੈ, ਸਮਾਜ ਦੀ ਵੀ ਹੋ ਸਕਦੀ ਹੈ, ਰਾਜ ਦੀ ਵੀ ਹੋ ਸਕਦੀ ਹੈ ਅਤੇ ਇਹਨਾਂ ਤਿੰਨਾਂ ਦਾ ਮੇਲ ਵੀ ਹੋ ਸਕਦਾ ਹੈ ਜੀ। ਇਸ ਦੇ ਵਿੱਚ ਥੋੜ੍ਹਾ ਜਿਹਾ ਇਸ ਲੋਕਤੰਤਰ ਨੂੰ ਸਮਝਣ ਦੇ ਲਈ ਬਰੀਕੀ ਵਿੱਚ ਆਪਾਂ ਜਾਂਦੇ ਹਾਂ ਜੀ। ਵੇਖਦੇ ਹਾਂ ਲੋਕਤੰਤਰ ਦਾ ਮਤਲਬ ਕੀ ਕੱਢਿਆ ਉਹਨਾਂ ਨੇ ਜੀ। ਲੋਕਤੰਤਰ ਇੱਕ ਸਰਕਾਰ ਵੀ ਹੋ ਸਕਦੀ ਹੈ, ਇੱਕ ਸਰਕਾਰ ਵੀ ਹੋ ਸਕਦੀ ਹੈ, ਇੱਕ ਸਰਕਾਰ ਦੀ ਕਿਸਮ ਵੀ ਹੋ ਸਕਦੀ ਹੈ ਜੀ। ਲੋਕਤੰਤਰ ਸਮਾਜ ਦੀ ਵੀ ਹੋ ਸਕਦੀ ਹੈ, ਰਾਜ ਦੀ ਵੀ ਹੋ ਸਕਦੀ ਹੈ। ਇੱਥੇ ਸਮਾਜ ਰਾਜ ਦੋਨੋਂ ਮਿਲ ਕੇ ਕੀ ਬਣਾਉਂਦੇ ਹਨ ਜੀ? ਸਰਕਾਰ। ਜਿਵੇਂ ਜੀ ਕੋਈ ਨੁਮਾਇੰਦਾ ਹੈ, ਉਹ ਕੀ ਕਰ ਸਕਦਾ ਹੈ ਜੀ? ਸਰਕਾਰਾਂ ਬਣਾਉਣ ਦੇ ਲਈ ਉਸ ਨੂੰ ਵੋਟਾਂ ਦੀ ਜ਼ਰੂਰਤ ਪਏਗੀ। ਉਹ ਵੋਟ ਕਿੱਥੋਂ ਲਏਗਾ? ਉਹ ਇਸ ਸਮਾਜ ਦੇ ਵਿੱਚੋਂ ਲਏਗਾ। ਇਸ ਤੋਂ ਇਲਾਵਾ ਵੱਖ-ਵੱਖ ਰਾਜ ਮਿਲ ਕੇ ਉਸ ਨੂੰ ਕੀ ਬਣਾਉਣਗੇ ਜੀ? ਪ੍ਰਧਾਨ ਮੰਤਰੀ ਬਣਾਉਣਗੇ। ਇੱਥੇ ਸਮਾਜ ਦਾ ਮਤਲਬ ਲਿਆ ਗਿਆ ਜੀ ਹਰ ਇੱਕ ਨਾਗਰਿਕ ਤੋਂ, ਰਾਜ ਦਾ ਮਤਲਬ ਹਰ ਇੱਕ ਰਾਜ ਤੋਂ। ਸਰਕਾਰ ਕੀ ਹੁੰਦਾ ਜੀ? ਸਰਕਾਰ ਸਾਰੇ ਜਿਹੜੇ ਰਾਜ ਨੇ, ਸਮਾਜ ਨੇ, ਹਰ ਇੱਕ ਵਰਗ ਦਾ ਵਿਅਕਤੀ ਜਦੋਂ ਵੋਟ ਦਾ ਪ੍ਰਯੋਗ ਕਰਕੇ ਸਰਕਾਰ ਨੂੰ ਚੁਣਦਾ ਹੈ, ਉਹ ਇੱਕ ਲੋਕਤੰਤਰੀ ਪਰਿਵਾਰ ਬਣ ਜਾਂਦਾ ਹੈ ਤੇ ਉਸੇ ਨੂੰ ਹੀ ਲੋਕਤੰਤਰ ਦਾ ਇੱਕ ਹਿੱਸਾ ਮੰਨ ਕੇ ਸਰਕਾਰ ਦੇ ਰੂਪ ਵਿੱਚ ਪ੍ਰਗਟ ਕੀਤਾ ਜਾਂਦਾ ਹੈ ਜੀ। ਹੁਣ ਜੀ ਲੋਕਤੰਤਰ ਦਾ ਜਿਹੜਾ ਅਰਥ ਹੈ ਉਹਦੇ ਵਿੱਚ ਕੁਝ ਇੱਕ ਡੈਫੀਨੇਸ਼ਨ ਆਪਾਂ ਪੜ੍ਹੀ, ਉਹਦੇ ਵਿੱਚ ਆਪਾਂ ਉਹਨਾਂ ਅਰਥ ਨੂੰ ਇੱਕ ਇੱਕ ਕਰਕੇ ਸਮਝਦੇ ਹਾਂ ਜੀ। ਲੋਕਤੰਤਰੀ ਰਾਜ, ਸਭ ਤੋਂ ਪਹਿਲਾਂ ਜੀ ਲੋਕਤੰਤਰੀ ਰਾਜ ਕਿਹੜਾ ਹੁੰਦਾ ਹੈ ਇਹ ਆਪਾਂ ਪੜ੍ਹਦੇ ਹਾਂ। ਲੋਕਤੰਤਰੀ ਰਾਜ ਵਿੱਚ ਸ਼ਕਤੀ ਤੇ ਸੱਤਾ ਸਧਾਰਨ ਲੋਕਾਂ ਦੇ ਹੱਥ ਵਿੱਚ ਹੁੰਦੀ ਹੈ ਜੀ। ਸਾਰਾ ਕੁਝ ਕਿਸ ਦੇ ਹੱਥ ਵਿੱਚ ਹੁੰਦਾ ਹੈ? ਸਾਰੀ ਸ਼ਕਤੀ ਤੇ ਸੱਤਾ ਸਭ ਕੁਝ ਆਮ ਲੋਕਾਂ ਦੇ ਹੱਥ ਵਿੱਚ ਹੁੰਦਾ ਹੈ। ਸਾਰੀ ਪ੍ਰਭੂ ਸੱਤਾ ਸਧਾਰਨ ਲੋਕਾਂ ਦੇ ਹੱਥ ਵਿੱਚ ਹੁੰਦੀ ਹੈ ਤੇ ਸ਼ਾਸਨ ਦੀ ਸ਼ਕਤੀ ਤੇ ਸੱਤਾ ਦਾ ਪ੍ਰਯੋਗ ਕੌਣ ਕਰਦਾ ਹੈ ਜੀ? ਆਮ ਜਨਤਾ ਕਰਦੀ ਹੈ, ਉਹ ਵੀ ਡਾਇਰੈਕਟ ਜਾਂ ਇਨਡਾਇਰੈਕਟ ਦੇ ਰੂਪ ਵਿੱਚ। ਅਤੇ ਰਾਜਨੀਤਿਕ ਮਸਲਿਆਂ ਬਾਰੇ ਅੰਤਿਮ ਨਿਰਣੇ ਕੌਣ ਲੈਂਦੀ ਹੈ ਜੀ? ਲੋਕਤੰਤਰੀ ਰਾਜ। ਲੋਕਤੰਤਰੀ ਰਾਜ ਉਹ ਰਾਜ ਹੁੰਦਾ ਹੈ ਜਿਸ ਦੇ ਵਿੱਚ ਸਧਾਰਨ ਜਨਤਾ ਦੇ ਹੱਥ ਦੇ ਵਿੱਚ ਸਾਰੀ ਸ਼ਕਤੀ ਹੋਏ ਜੀ। ਇਹ ਪੁਆਇੰਟ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਇਹ ਲੋਕਤੰਤਰ ਦਾ ਅਰਥ ਹੈ ਜੀ। ਤੁਹਾਨੂੰ 1 ਨੰਬਰ ਦੇ ਵਿੱਚ ਕੁਐਸਚਨ ਪੁੱਛ ਸਕਦਾ ਹੈ ਲੋਕਤੰਤਰੀ ਰਾਜ ਕੀ ਹੈ, ਤਾਂ ਤੁਸੀਂ ਦੱਸ ਸਕਦੇ ਹੋ ਜੀ ਲੋਕਤੰਤਰੀ ਰਾਜ ਕੀ ਹੈ।
ਲੋਕਤੰਤਰੀ ਸ਼ਾਸਨ ਕੀ ਹੁੰਦਾ ਹੈ ਜੀ? ਸ਼ਾਸਨ ਦੇ ਰੂਪ ਵਿੱਚ ਲੋਕਤੰਤਰ ਉਹ ਸਰਕਾਰ ਹੈ ਜਿਸ ਵਿੱਚ ਜਨਤਾ ਪ੍ਰਤੱਖ ਅਤੇ ਅਪਰਤੱਖ ਰੂਪ ਵਿੱਚ ਆਪਣੇ ਪ੍ਰਤੀਨਿਧੀਆਂ ਦੁਆਰਾ ਰਾਜ ਪ੍ਰਬੰਧ ਚਲਾਉਂਦੀ ਹੈ ਜੀ। ਲੋਕਤੰਤਰੀ ਸ਼ਾਸਨ ਕਿਹੜਾ ਹੁੰਦਾ ਹੈ? ਲੋਕਤੰਤਰੀ ਸ਼ਾਸਨ ਉਹ ਹੈ ਜੀ ਜਿਸ ਦੇ ਵਿੱਚ ਇੱਕ ਵਿਅਕਤੀ ਜਾਂ ਤਾਂ ਜੀ ਡਾਇਰੈਕਟ ਜਾਂ ਇਨਡਾਇਰੈਕਟ ਰੂਪ ਵਿੱਚ ਕੀ ਕਰਦਾ ਹੈ? ਸਰਕਾਰਾਂ ਨੂੰ ਚਲਾਉਂਦਾ ਹੈ ਜੀ। ਜਾਂ ਤਾਂ ਡਾਇਰੈਕਟ ਜਾਂ ਇਨਡਾਇਰੈਕਟ ਰੂਪ ਵਿੱਚ ਕੀ ਕਰਦਾ ਹੈ? ਸਰਕਾਰਾਂ ਨੂੰ ਚਲਾਉਂਦਾ ਹੈ। ਲੋਕਤੰਤਰੀ ਅਰਥ ਵਿਵਸਥਾ ਕੀ ਹੁੰਦੀ ਹੈ ਜੀ? ਲੋਕਤੰਤਰੀ ਅਰਥ ਵਿਵਸਥਾ ਉਹ ਅਰਥ ਵਿਵਸਥਾ ਹੁੰਦੀ ਹੈ ਜਿਸ ਦੇ ਵਿੱਚ ਕੀ ਹੁੰਦਾ ਹੈ? ਜਿਹੜੇ ਉਤਪਾਦਨ ਦੇ ਸਾਧਨ ਨੇ ਉਸ ਦੇ ਉੱਤੇ ਸਮਾਜ ਦਾ ਨਿਯੰਤਰਣ ਹੁੰਦਾ ਹੈ ਜੀ। ਹਰੇਕ ਵਿਅਕਤੀ ਦੀਆਂ ਘੱਟੋ ਘੱਟ ਆਰਥਿਕ ਲੋੜਾਂ ਦੀ ਪੂਰਤੀ ਕੀਤੀ ਜਾ ਸਕੇ। ਹਰ ਵਿਅਕਤੀ ਲਈ ਕੰਮ ਉਚਿਤ ਮਾਤਰਾ ਵਿੱਚ ਹੋਵੇ ਜੀ। ਹਰ ਵਿਅਕਤੀ ਨੂੰ ਕੰਮ ਕਰਨ ਦੇ ਮੌਕੇ ਮਿਲਣ। ਸਾਰਿਆਂ ਦੇ ਲਈ ਕੰਮ ਸਮਾਨ ਹੋਵੇ ਜੀ। ਉਹਨਾਂ ਨੂੰ ਜੇਕਰ ਉਹ ਕੰਮ ਕਰ ਰਿਹਾ ਹੈ ਤਾਂ ਉਹਦੇ ਬਦਲੇ ਜਿਹੜੀ ਮਿਲਣ ਵਾਲੀ ਮਜ਼ਦੂਰੀ ਹੈ ਉਹ ਸਮਾਨ ਹੋਵੇ। ਔਰਤ ਅਤੇ ਜਿਹੜਾ ਮਰਦ ਹੈ ਜੀ ਉਹਦੇ ਵਿੱਚ ਕਿਸੇ ਵੀ ਤਰੀਕੇ ਦਾ ਵਿਤਕਰਾ ਨਾ ਕੀਤਾ ਜਾਵੇ। ਰਾਸ਼ਟਰੀ ਆਮਦਨ ਦੀ ਵੰਡ ਇਸ ਤਰੀਕੇ ਨਾਲ ਹੋਵੇ ਜਿਸ ਤੋਂ ਵੱਧ ਲੋਕਾਂ ਨੂੰ ਲਾਭ ਹੋਵੇ। ਆਰਥਿਕ ਤੌਰ ਤੇ ਅਤੇ ਹਰ ਇੱਕ ਨਾਗਰਿਕ ਨੂੰ ਮਜ਼ਬੂਤ ਕਰਨਾ ਚਾਹੀਦਾ ਜੀ। ਆਰਥਿਕ ਤੌਰ ਤੇ ਹਰ ਇੱਕ ਨਾਗਰਿਕ ਹੈ ਉਸ ਰਾਜ ਦਾ, ਸਰਕਾਰ ਦਾ ਤੇ ਲੋਕਤੰਤਰੀ ਜਿਹੜਾ ਰਾਜ ਹੈ ਉਸ ਦਾ ਇਹ ਮਕਸਦ ਹੋਣਾ ਚਾਹੀਦਾ ਕਿ ਹਰ ਇੱਕ ਵਿਅਕਤੀ ਆਰਥਿਕ ਰੂਪ ਦੇ ਵਿੱਚ ਮਜ਼ਬੂਤ ਹੋਵੇ ਜੀ। ਅੱਗੇ ਹੈ ਜੀ ਲੋਕਤੰਤਰੀ ਜੀਵਨ ਸ਼ੈਲੀ। ਲੋਕਤੰਤਰੀ ਜੀਵਨ ਸ਼ੈਲੀ ਕੀ ਹੈ ਜੀ? ਆਪਣੀ ਸਾਰੀਆਂ ਸ਼ਕਤੀਆਂ ਨੂੰ ਵਿਕਸਿਤ ਕਰਨਾ ਤੇ ਸੁਤੰਤਰਤਾ ਦਾ ਜੀਵਨ ਜਿਉਣਾ ਲਈ ਇੱਕ ਸਮਾਨ ਮੌਕੇ ਪ੍ਰਾਪਤ ਕਰਨਾ ਜੀ। ਹਰ ਇੱਕ ਵਿਅਕਤੀ ਨੂੰ ਆਪਣੀ ਜੀਵਨ ਸ਼ੈਲੀ ਦੇ ਵਿੱਚ ਖੁਦ ਨੂੰ ਫਰੀडम ਮਿਲਣੀ ਚਾਹੀਦੀ ਹੈ ਜੀ। ਉਸ ਨੂੰ ਆਪਣਾ ਜੀਵਨ ਜੀਣ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਹੈ ਜੀ। ਲੋਕਤੰਤਰੀ ਸਮਾਜ, ਇਹ ਪੁਆਇੰਟ ਰਹਿ ਗਿਆ ਸੀ। ਲੋਕਤੰਤਰੀ ਸਮਾਜ ਕੀ ਹੁੰਦਾ? ਲੋਕਤੰਤਰੀ ਸਮਾਜ ਕੀ ਹੁੰਦਾ ਜੀ? ਉਹ ਸਮਾਜ ਜਿਹੜੀ ਸਮਾਜਿਕ ਵਿਵਸਥਾ ਜਿਹਦੇ ਵਿੱਚ ਜਾਤੀ, ਧਰਮ, ਰੰਗ, ਨਸਲ ਕਿਸੇ ਵੀ ਆਧਾਰ ਤੇ ਕੀ ਨਾ ਹੋਵੇ ਜੀ, ਭੇਦਭਾਵ ਨਾ ਹੋਵੇ। ਹਰ ਇੱਕ ਵਿਅਕਤੀ ਨੂੰ ਸਮਾਨ ਸਮਝਿਆ ਜਾਵੇ। ਯੋਗਤਾ ਅਤੇ ਸਮਰੱਥਾ, ਇੱਥੇ ਧਿਆਨ ਰੱਖਣਾ ਹੈ ਜੀ। ਯੋਗਤਾ ਅਤੇ ਸਮਰੱਥਾ, ਇਹ ਦੋ ਗੱਲਾਂ ਨੂੰ ਜ਼ਰੂਰ ਧਿਆਨ ਰੱਖਣਾ ਜੀ। ਯੋਗਤਾ ਅਤੇ ਸਮਰੱਥਾ ਦੇ ਆਧਾਰ ਤੇ ਹਰ ਇੱਕ ਵਿਅਕਤੀ ਨੂੰ ਕੀ ਮਿਲਣਾ ਚਾਹੀਦਾ ਜੀ? ਰੁਜ਼ਗਾਰ ਮਿਲਣਾ ਚਾਹੀਦਾ ਹੈ। ਹਰ ਵਿਅਕਤੀ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਜੀ। ਇੱਥੇ ਜਿਹੜਾ ਲੋਕਤੰਤਰੀ ਰਾਜ ਹੈ, ਜਿਹੜਾ ਲੋਕਤੰਤਰੀ ਸ਼ਾਸਨ ਹੈ, ਇਸ ਸਭ ਦੇ ਲਈ ਅਲੱਗ-ਅਲੱਗ ਜਿਹੜੇ ਹੋਏ ਨੇ ਰਾਜਨੇਤਾ, ਉਹਨਾਂ ਨੇ ਆਪਣੀ ਪਰਿਭਾਸ਼ਾ ਦਿੱਤੀ ਹੈ ਜੀ। ਇਹਦੇ ਵਿੱਚ ਸਭ ਤੋਂ ਵਧੀਆ ਇੱਕ ਪਰਿਭਾਸ਼ਾ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਹੋਏ ਹਨ ਇਬਰਾਹਿਮ ਲਿੰਕਨ, ਉਹਨਾਂ ਨੇ ਦਿੱਤੀ ਹੈ ਜੀ। ਇਬਰਾਹਿਮ ਲਿੰਕਨ ਕੀ ਕਹਿੰਦੇ ਹਨ? ਇਬਰਾਹਿਮ ਲਿੰਕਨ ਕਹਿੰਦੇ ਹਨ ਜੀ ਲੋਕਤੰਤਰ ਲੋਕਾਂ ਦਾ, ਲੋਕਤੰਤਰ ਕੀ ਹੈ ਜੀ? ਲੋਕਤੰਤਰ ਲੋਕਾਂ ਦਾ, ਲੋਕਾਂ ਦੁਆਰਾ ਅਤੇ ਲੋਕਾਂ ਦੀ ਸਰਕਾਰ ਹੈ ਜੀ। ਲੋਕਾਂ ਦੀ ਸਰਕਾਰ ਹੈ। ਡੈਮੋਕ੍ਰੇਸੀ ਕੀ ਹੈ ਜੀ? ਡੈਮੋਕ੍ਰੇਸੀ ਇਜ਼ ਦ ਗਵਰਨਮੈਂਟ ਆਫ the people, for people and by people। ਇਹ ਸਭ ਕੁਝ ਇਬਰਾਹਿਮ ਲਿੰਕਨ ਜੀ ਨੇ ਕਿਹਾ ਹੈ ਕਿ ਸੱਤਾ ਸਾਰੇ ਲੋਕਾਂ ਦੇ ਹੱਥ ਵਿੱਚ ਹਨ। ਕੇਵਲ ਇੱਕ ਵਿਅਕਤੀ ਹੀ ਨਹੀਂ ਹੈ ਜਿਹੜਾ ਕਿ ਇਸ ਦੇਸ਼ ਨੂੰ ਚਲਾਉਂਦਾ ਹੈ ਜੀ। ਵਰਗ ਵਿਸ਼ੇਸ਼ ਵੱਲ ਨਹੀਂ ਸੋਚਦਾ, ਉਹ ਸਮੁੱਚੀ ਜਨ ਜੀਵਨ ਦੇ ਬਾਰੇ ਸੋਚਦਾ ਜੀ। ਹਰ ਇੱਕ ਵਿਅਕਤੀ ਨੂੰ ਉਹ ਆਪਣਾ ਨਾਗਰਿਕ ਮੰਨਦਾ ਹੈ ਤੇ ਹਰ ਇੱਕ ਵਿਅਕਤੀ ਦੇ ਹਿੱਤਾਂ ਦੇ ਬਾਰੇ ਸੋਚਦਾ ਹੈ ਤਾਂ ਜੋ ਉਸ ਦਾ ਜੀਵਨ ਹੈ ਉਹ ਸੁਖਮਈ ਬਤੀਤ ਹੋ ਸਕੇ ਜੀ। ਤੁਸੀਂ ਇੱਥੇ ਦੋ ਪਰਿਭਾਸ਼ਾਵਾਂ ਜ਼ਰੂਰ ਯਾਦ ਰੱਖਣੀਆਂ ਜੀ। ਇੱਕ ਅਰਸਤੂਤ ਦੀ ਹੈ ਜੀ, ਜਿਨ੍ਹਾਂ ਨੇ ਆਪਣੀ ਬੁੱਕ ਲਿਖੀ ਸੀ ਜੀ। ਇੱਕ ਤਾਂ ਤੁਸੀਂ ਯਾਦ ਰੱਖਣੀ ਹੈ ਜੀ ਅਰਸਤੂਤ ਦੀ, ਮੈਂ ਤੁਹਾਨੂੰ ਲਿਖ ਦਿੰਦਾ, ਕਾਪੀ ਦੇ ਵਿੱਚ ਨੋਟ ਕਰ ਲੈਣਾ ਜੀ। ਇੱਕ ਤਾਂ ਅਰਸਤੂਤ ਨੇ ਦਿੱਤੀ ਹੈ ਜੀ, ਬੜੀ ਇੰਪੋਰਟੈਂਟ ਪਰਿਭਾਸ਼ਾ ਹੈ। ਅਰਸਤੂਤ ਨੇ ਕੀ ਕਿਹਾ ਜੀ? ਅਰਸਤੂਤ ਨੇ ਕੀ ਕਿਹਾ ਜੀ? ਲੋਕਤੰਤਰ ਜਨਤਾ ਦੀ ਸਰਕਾਰ ਹੈ। ਬਿਲਕੁਲ ਈਜ਼ੀ ਜੀ ਡੈਫੀਨੇਸ਼ਨ ਹੈ ਜੀ। ਲੋਕਤੰਤਰ ਕੀ ਹੈ? ਲੋਕਤੰਤਰ ਜਨਤਾ ਦੀ ਸਰਕਾਰ ਹੈ। ਲੋਕਤੰਤਰ ਜਨਤਾ ਦੀ ਸਰਕਾਰ ਹੈ ਜੀ। ਇਹ ਗਵਰਨਮੈਂਟ ਬਾਏ ਦ ਮੈਨੀ, ਇਹ ਗਵਰਨਮੈਂਟ ਬਾਏ ਦ ਮੈਨੀ, ਇਹ ਅਰਸਤੂਤ ਨੇ ਦਿੱਤੀ ਹੈ ਜੀ। ਇਸ ਤੋਂ ਇਲਾਵਾ ਇੱਕ ਤੁਸੀਂ ਹੋਰ ਯਾਦ ਰੱਖ ਸਕਦੇ ਹੋ ਜੀ ਡੈਫੀਨੇਸ਼ਨ, ਉਹ ਦਿੱਤੀ ਹੈ ਜੀ ਪ੍ਰੋਫੈਸਰ ਸੀਲੇ
ਪ੍ਰੋਫੈਸਰ ਸੀਲੇ ਨੇ ਦਿੱਤੀ ਹੈ। ਕੀ ਕਹਿੰਦੇ ਆ ਜੀ? ਲੋਕਤੰਤਰ ਉਹ ਸਰਕਾਰ ਹੈ, ਲੋਕਤੰਤਰ ਉਹ ਸਰਕਾਰ ਹੈ ਜਿਸ ਵਿੱਚ ਹਰ ਵਿਅਕਤੀ ਦੀ ਹਿੱਸੇਦਾਰੀ ਹੋਵੇ। ਇਹ ਤੁਸੀਂ ਦੋ ਪਰਿਭਾਸ਼ਾਵਾਂ ਯਾਦ ਰੱਖ ਸਕਦੇ ਹੋ ਜੀ। ਜਿਹੜਾ ਵੀ ਤੁਹਾਨੂੰ ਵੱਡਾ ਕੁਐਸਚਨ ਆਉਂਦਾ ਹੈ ਉਹਦੇ ਵਿੱਚ ਉਹਦੀ ਜਾਣ ਪਛਾਣ, ਅਰਥ ਤੋਂ ਬਾਅਦ ਦੋ ਪਰਿਭਾਸ਼ਾਵਾਂ ਦਾ ਥੋੜਾ ਜਿਹਾ ਵਰਣਨ ਕਰ ਦੇਣਾ ਹੈ ਜੀ। ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਦਾ, ਅੱਗੇ ਤੁਸੀਂ ਵਰਣਨ ਕਿਸ ਤਰੀਕੇ ਦੇ ਨਾਲ ਕਰ ਸਕਦੇ ਹੋ ਜੀ। ਤੁਸੀਂ ਇਸ ਦੇ ਵਿੱਚ ਦੱਸ ਸਕਦੇ ਹੋ, ਜਿਵੇਂ ਅਰਸਤੂ ਦੀ ਪਰਿਭਾਸ਼ਾ ਕੀ ਕਹਿੰਦੀ ਹੈ ਜੀ? ਇਸ ਪ੍ਰਕਾਰ, ਤੁਸੀਂ ਸਭ ਤੋਂ ਪਹਿਲਾਂ ਇਸ ਤਰੀਕੇ ਦੇ ਨਾਲ ਲਿਖੋਗੇ, ਇਸ ਪ੍ਰਕਾਰ ਲੋਕਤੰਤਰ ਸਰਕਾਰ ਦੀ ਇਹ ਕਿਸਮ ਹੁੰਦੀ ਹੈ ਜੀ ਜਿਸ ਦੇ ਵਿੱਚ ਲੋਕਾਂ ਦਾ ਪੂਰਾ ਯੋਗਦਾਨ ਹੋਵੇ। ਉਹ ਸਰਕਾਰ ਨੂੰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਹ ਸਰਕਾਰ ਦਾ ਕਿਤੇ ਨਾ ਕਿਤੇ ਡਾਇਰੈਕਟ ਜਾਂ ਇਨਡਾਇਰੈਕਟ, ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਹਿੱਸਾ ਬਣਦੇ ਹਨ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਇਸ ਤਰੀਕੇ ਦੀਆਂ ਪਰਿਭਾਸ਼ਾਵਾਂ ਨੂੰ ਵਰਣਿਤ ਕਰ ਸਕਦੇ ਹੋ ਜੀ। ਕੋਈ ਦੋ ਪਰਿਭਾਸ਼ਾਵਾਂ ਤੁਸੀਂ ਯਾਦ ਕਰ ਲੈਣੀਆਂ ਜੀ, ਠੀਕ ਹੈ। ਤਾਂ ਇਬਰਾਹਿਮ ਲਿੰਕਨ ਦੀ ਇੱਕ ਪਰਿਭਾਸ਼ਾ ਹੋ ਗਈ ਜੀ, ਉਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਅਰਸਤੂ ਦੀ ਰੱਖ ਸਕਦੇ ਹੋ ਤੇ ਪ੍ਰੋਫੈਸਰ ਸੀਲੇ ਦੀ। ਕੋਈ ਤੁਸੀਂ ਦੋ ਪਰਿਭਾਸ਼ਾਵਾਂ, ਤਿੰਨ ਪਰਿਭਾਸ਼ਾਵਾਂ ਲਿਖ ਸਕਦੇ ਹੋ ਜੀ। ਤਾਂ ਅੱਗੇ ਚੱਲਦੇ ਹਾਂ ਜੀ, ਨੈਕਸਟ ਟੌਪਿਕ ਆਪਣਾ ਕੀ ਹੈ। ਤਾਂ ਜੀ ਜਿਹੜਾ ਆਪਣਾ ਨੈਕਸਟ ਟੌਪਿਕ ਹੈ ਉਹ ਹੈ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ, ਜਿਹੜੇ ਕਿ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। 10 ਮਿੰਟ ਦਾ ਹੋਰ ਵੀਡੀਓ ਹੋਏਗਾ ਜੀ, ਉਹ ਮੈਂ ਬਣਾ ਦਿਆਂਗਾ। ਇਸ ਤਰੀਕੇ ਦੇ ਨਾਲ ਆਪਣਾ ਲੋਕਤੰਤਰ ਦਾ ਜਿਹੜਾ ਅਰਥ ਹੈ, ਪਰਿਭਾਸ਼ਾ ਹੈ, ਉਹਦੀ ਜਾਣ ਪਛਾਣ ਹੈ, ਉਹ ਆਪਾਂ ਪੂਰੀ ਕਰ ਲਈਆਂ ਜੀ। ਇਸ ਤੋਂ ਇਲਾਵਾ ਆਪਾਂ ਨੈਕਸਟ ਵੀਡੀਓ ਦੇ ਵਿੱਚ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ ਕਰਾਂਗੇ। ਜੇਕਰ ਤੁਸੀਂ ETT ਦੀ ਕਿਸੇ ਵੀ ਪ੍ਰਕਾਰ ਦੀ ਇਨਫੋਰਮੇਸ਼ਨ ਚਾਹੁੰਦੇ ਹੋ, ETT ਫਸਟ ਈਅਰ, ਸੈਕਿੰਡ ਈਅਰ, ETT ਸੈਕਿੰਡ ਪੇਪਰ ਤੇ ਪੰਜਾਬ ਗੌਰਮੈਂਟ ਦੀ ਜੇ ਕੋਈ ਵੀ ਨਵੀਂ ਅਪਡੇਟ ਆਉਂਦੀ ਹੈ ਉਹਦੀ ਜਾਣਕਾਰੀ ਚਾਹੁੰਦੇ ਆ, ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ, ਬੈਲ ਆਈਕਨ ਨੂੰ ਦਬਾ ਦਿਓ ਤੇ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲਿਓ ਜੀ, ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿਆਂਗਾ। ਉੱਥੇ ਹਰ ਪ੍ਰਕਾਰ ਦੀ ਜਿਹੜੀ ਵੀ ਮੈਂ PDF ਕਰਾਉਂਦਾ ਜੀ, ਉਸ ਤੋਂ ਇਲਾਵਾ ਜੋ ਵੀ ਨਵੀਂ ਜਾਣਕਾਰੀ ਹੁੰਦੀ ਹੈ ਉਹ ਟੈਲੀਗ੍ਰਾਮ ਗਰੁੱਪ ਵਿੱਚ ਤੁਹਾਨੂੰ ਮਿਲ ਜਾਏਗੀ। ਤੁਸੀਂ ਟੈਲੀਗ੍ਰਾਮ ਐਪ ਨੂੰ ਡਾਊਨਲੋਡ ਕਰਕੇ ਤੁਸੀਂ ਲੈਟਸ ਡੂ ਇਟ ਲਿਖ ਕੇ ਵੀ ਉੱਥੇ ਸਰਚ ਕਰਕੇ ਵੀ ਜੁਆਇਨ ਕਰ ਸਕਦੇ ਹੋ। ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ ਜੀ, ਉਸ ਤੋਂ ਵੀ ਤੁਸੀਂ ਜੁਆਇਨ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਹਾਡੀ ਕੋਈ ਕੁਐਰੀ ਹੈ ਜੀ ਲੋਕਤੰਤਰ ਦੀ ਵਿੱਚ, ਜਾਂ ਜਿਹੜੇ ਵੀ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਚੀਜ਼ ਸਮਝ ਨਹੀਂ ਆਉਂਦੀ, ਤੁਸੀਂ ਕਮੈਂਟ ਕਰ ਦਿਓ ਜੀ। ਉਸ ਕਮੈਂਟ ਦਾ ਤੁਹਾਨੂੰ ਮੈਂ ਰਿਪਲਾਈ ਕਰ ਦਿਆਂਗਾ। ਜਿੱਥੇ ਤੱਕ ਮੇਰੀ ਕੋਸ਼ਿਸ਼ ਰਹਿੰਦੀ ਹੈ ਜੀ, ਮੈਂ ਹਰ ਟੌਪਿਕ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਵੀਡੀਓ ਲੰਬਾ ਜ਼ਰੂਰ ਹੋ ਜਾਂਦਾ ਹੈ ਜੀ, ਪਰ ਜਾਣਕਾਰੀ ਆਪਾਂ ਨੂੰ ਪੂਰੀ ਮਿਲਣੀ ਚਾਹੀਦੀ ਹੈ। ਸੈਕਿੰਡ ਈਅਰ ਦੀ ਜਿਹੜੀ ਕਲਾਸਾਂ ਆਈਆਂ ਉਹ ਵੀ ਲੰਬੀਆਂ ਨਹੀਂ ਜੀ, ਥੋੜੀ ਜੀ ਵੀਡੀਓ ਲੈਂਥੀ ਹੋ ਜਾਂਦੀ ਹੈ, ਕਿਉਂਕਿ ਹਰ ਚੀਜ਼ ਦੀ ਆਪਾਂ ਨੂੰ ਜਾਣਕਾਰੀ ਪ੍ਰੋਪਰ ਤਰੀਕੇ ਨਾਲ ਮਿਲਣੀ ਚਾਹੀਦੀ ਹੈ ਜੀ। ਤਾਂ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਕਰੋ। ਮੈਂ ਜਿੱਥੋਂ ਤੱਕ ਹੁੰਦਾ ਹੈ ਸਟੱਡੀ ਦੇ ਰਿਲੇਟਡ ਹੀ ਗੱਲ ਕਰਦਾ ਜੀ, ਉਹਦੇ ਵਿੱਚ ਤੁਹਾਨੂੰ ਕੋਈ ਹੋਰ ਆਸੇ-ਪਾਸੇ ਦੀਆਂ ਗੱਲਾਂ ਨਹੀਂ ਮਿਲਣਗੀਆਂ। ਤਾਂ ਜੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਦਬਾ ਦਿਓ ਤੇ ਟੈਲੀਗ੍ਰਾਮ ਗਰੁੱਪ ਵੀ ਜੁਆਇਨ ਕਰ ਲਓ। ਜੇਕਰ ਵੀਡੀਓ ਚੰਗਾ ਲੱਗਾ ਹੈ ਤਾਂ ਤੁਸੀਂ ਲਾਈਕ ਬਟਨ ਨੂੰ ਪ੍ਰੈਸ ਕਰ ਦਿਓ ਜੀ। ਥੈਂਕ ਯੂ ਵੈਰੀ ਮੱਚ। ਜੈ ਹਿੰਦ।